बाणी गुरु गुरु है बाणी बिच बाणी अमृत सारे गुरबाणी कहे सेवक जन मानै परतख गुरु निस्तारे। बाणी गुरु शब्द गुरु ज्ञान गुरु धन धन साहिब श्री गुरु ग्रंथ साहिब जी की पावन हजूरी दे विच एकत्रित होए बैठे सत्संगी जनों, अज असी सारे नौवें पातशाह श्री गुरु तेग बहादुर जी की शहादत की याद दे विच गुरु घर विखे इकट्ठे होए हैं। दास नूं सुभागा समा प्राप्त होया है ते इस समय दे विच मैं आप जी नाल कुछ इतिहासक विचारां दियां सांझ पाउण दा यतन करांगा। गुरमत विचारां दी सांझ पाउण तो पहला आओ असीं सारे गुरु गोबिंद सिंह महाराज जी की बख्शी फतेह की सांझ पाइए और सारी संगत प्यार का सबूत दिंदिया होया गज वज के आखो जी वाहिगुरू जी का खालसा वाहिगुरू जी की फतेह। अज मैं आप सारियां नाल दो प्रमुख विषयों पे विचार करने का यतन करांगा। पहला विषय ये है कि असी श्री गुरु तेग बहादुर जी की जिहड़ा लफ्ज़ है उन्हां बारे शहादत लफ्ज़ या शहीद लफ्ज़ इसे का ही इस्तेमाल क्यों करते हैं, इसे की वरतों क्यों करते हैं। कुर्बानी या बलिदान लफ्ज़ की वरतों असी क्यों नहीं कर सकते। ते दूजा विषय ये है कि असी उन्होंने हिंद की चादर क्यों कहने हैं। ते गुरमत विचारां की सांझ पाउण तो पहला आओ असी सारे अपनी बिरतियां एकागर करिए ते नाम जपिए। जपो जी सतनाम वाहिगुरु 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 सतनाम वाहिगुरु। अज असी सारे जिन्हां दी शहादत की याद दे विच इकट्ठे होए हैं, उन्हां दी शहादत बारे गुरु गोबिंद सिंह जी महाराज की कहते हैं। गुरु गोबिंद सिंह जी महाराज कहते हैं ठीकर फोर दलीस सिर प्रभ गुर किया प्यार तेग बहादुर सी क्रिया करी न किन्हू आन। भाव गुरु गोबिंद सिंह जी कहते हैं कि गुरु तेग बहादुर जी की शहीदी तो पहला इस दुनिया दे विच इस जगत दे विच कोई ऐसा सूरमा नहीं होया, किसी व्यक्ति की इस तरह शहादत कदे नहीं हुई। इसलिए शायद गुरु तेग बहादुर जी की गुरु अर्जन देव जी की शहादत वर्ड असी उन्हां लई शहादत लफ्ज़ का इस्तेमाल करते हैं, पर
ਜਿਹੜਾ ਪਹਿਲਾ ਵਿਸ਼ਾ ਮੈਂ ਦੱਸਿਆ ਸੀ ਕਿ ਅਸੀਂ ਸ਼ਹਾਦਤ ਲਫ਼ਜ਼ ਦਾ ਇਸਤੇਮਾਲ ਕਿਉਂ ਕਰਦੇ ਹਾਂ, ਪਹਿਲਾਂ ਅਸੀਂ ਇਹਦੇ ਤੇ ਵਿਚਾਰ ਕਰਦੇ ਹਾਂ ਕਿ ਜਿਹੜਾ ਸ਼ਹੀਦ ਲਫ਼ਜ਼ ਹੈ, ਜਿਹੜਾ ਸ਼ਹੀਦ ਸ਼ਬਦ ਹੈ, ਇਹ ਤਾਂ ਇਸਲਾਮ ਨੇ ਪੈਦਾ ਕੀਤਾ ਹੈ। ਇਹ ਅਰਬੀ ਭਾਸ਼ਾ ਦਾ ਸ਼ਬਦ ਹੈ ਤੇ ਇਸ ਦਾ ਅਰਥ ਕੀ ਹੈ? ਕਿਹਾ ਜਾਂਦਾ ਹੈ ਜਦੋਂ ਇਸਲਾਮ ਧਰਮ ਦੇ ਬਾਨੀ ਹਜ਼ਰਤ ਮੁਹੰਮਦ ਸਾਹਿਬ ਜੰਗੇ ਮੈਦਾਨ ਦੇ ਵਿੱਚ ਲੜ ਰਹੇ ਸਨ ਤਾਂ ਅਚਾਨਕ ਉਹਨਾਂ ਦੇ ਦੁਸ਼ਮਣ ਨੇ ਉਹਨਾਂ ਤੇ ਵਾਰ ਕਰ ਦਿੱਤਾ ਤੇ ਉਹ ਵਾਰ ਇੰਨਾ ਡੂੰਘਾ ਸੀ, ਉਹ ਵਾਰ ਇੰਨਾ ਜ਼ੋਰਦਾਰ ਸੀ ਕਿ ਉਸੇ ਵੇਲੇ ਹਜ਼ਰਤ ਮੁਹੰਮਦ ਸਾਹਿਬ ਜ਼ਮੀਨ ਤੇ ਗਿਰ ਪਏ। ਜਦੋਂ ਹਜ਼ਰਤ ਮੁਹੰਮਦ ਸਾਹਿਬ ਜ਼ਮੀਨ ਤੇ ਗਿਰ ਪਏ ਤਾਂ ਉਸ ਵੇਲੇ ਇੱਕ ਤਰੀਕਾ ਅਪਣਾਇਆ ਜਾਂਦਾ ਸੀ, ਇੱਕ ਰਵਾਇਤ ਅਪਣਾਈ ਜਾਂਦੀ ਸੀ ਇਹ ਵੇਖਣ ਦੇ ਲਈ ਕਿ ਉਹ ਬੰਦਾ ਜੀਵਤ ਹੈ ਜਾਂ ਮਰ ਗਿਆ। ਕਿਉਂਕਿ ਉਸ ਵੇਲੇ ਕਈ ਲੋਕ, ਕਈ ਵਿਅਕਤੀ ਜੰਗੇ ਮੈਦਾਨ ਦੇ ਵਿੱਚ ਗਿਰ ਆਪੇ ਹੀ ਜਾਂਦੇ ਸਨ ਤਾਂ ਕਿ ਦੁਸ਼ਮਣ ਉਹਨਾਂ ਨੂੰ ਮਰਿਆ ਸਮਝ ਕੇ ਛੱਡ ਦੇਵੇ ਤੇ ਉਹਨਾਂ ਦੀ ਜਾਨ ਬਚ ਜਾਵੇ। ਤੇ ਉਹ ਤਰੀਕਾ ਕੀ ਸੀ ਜਿਹਦੇ ਨਾਲ ਇਹ ਵੇਖਿਆ ਜਾਂਦਾ ਸੀ ਕਿ ਉਹ ਬੰਦਾ ਜੀਵਤ ਹੈ ਜਾਂ ਉਸ ਦੀ ਮੌਤ ਹੋ ਗਈ ਹੈ? ਉਹ ਤਰੀਕਾ ਸੀ ਕਿ ਉਹ ਕਿਸੇ ਵੀ ਚੀਜ਼ ਨਾਲ ਉਹਨਾਂ ਦਾ ਦੰਦ ਤੋੜ ਕੇ ਦੇਖਦੇ ਸਨ, ਕਿਉਂਕਿ ਜਦੋਂ ਕਿਸੇ ਵਿਅਕਤੀ ਦਾ ਅਚਾਨਕ ਦੰਦ ਟੁੱਟਦਾ ਹੈ ਤਾਂ ਇੱਕ ਵਾਰੀ ਚੀਕਦਾ ਜ਼ਰੂਰ ਹੈ, ਇੱਕ ਵਾਰੀ ਤੜਫਦਾ ਜ਼ਰੂਰ ਹੈ। ਉਹਨਾਂ ਨੇ ਹਜ਼ਰਤ ਮੁਹੰਮਦ ਸਾਹਿਬ ਦਾ ਵੀ ਦੰਦ ਤੋੜਿਆ, ਪਰ ਹਜ਼ਰਤ ਮੁਹੰਮਦ ਸਾਹਿਬ ਨਾ ਚੀਕੇ ਨਾ ਚਿल्लाए, ਇੱਕ ਵਾਰ ਵੀ ਤੜਫੇ ਨਹੀਂ। ਕਿਉਂਕਿ ਉਹਨਾਂ ਨੂੰ ਆਪਣੀ ਜਾਨ ਪਿਆਰੀ ਸੀ। ਤੇ ਇਸਲਾਮ ਧਰਮ ਨੇ ਕਦੇ ਉਸ ਦੰਦ ਨੂੰ ਟੁੱਟਾ ਹੋਇਆ ਦੰਦ ਨਹੀਂ ਕਿਹਾ, ਇਸਲਾਮ ਧਰਮ ਨੇ ਉਸ ਦੰਦ ਨੂੰ ਸ਼ਹੀਦ ਕਿਹਾ ਹੈ। ਇਸਲਾਮ ਧਰਮ ਨੇ ਉਸ ਦੰਦ ਨੂੰ ਕਦੇ ਟੁੱਟਾ ਦੰਦ ਨਹੀਂ ਕਿਹਾ, ਉਸ ਦੰਦ ਨੂੰ ਬਲਕਿ ਸ਼ਹੀਦ ਕਿਹਾ ਹੈ। ਤੇ ਇਸ ਤੋਂ ਉਸ ਸ਼ਹੀਦ ਸ਼ਬਦ ਦੀ ਖੋਜ ਹੋਈ। ਪਰ ਇਸ ਦਾ ਜਿਹੜਾ ਪੈਰਾਮੀਟਰ ਹੈ, ਇਸ ਦਾ ਜਿਹੜਾ ਮਾਪਦੰਡ ਹੈ, ਉਹ ਬਹੁਤ ਛੋਟਾ ਹੈ। ਅਸਲ ਮਾਇਨਿਆਂ ਦੇ ਵਿੱਚ ਸ਼ਹੀਦ ਲਫ਼ਜ਼ ਦੀ ਪਰਿਭਾਸ਼ਾ ਸਾਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਦਿੱਤੀ ਤੇ ਉਸ ਦਾ ਮਾਪਦੰਡ, ਉਸ ਦਾ ਦਾਇਰਾ ਗੁਰੂ ਤੇਗ ਬਹਾਦਰ ਜੀ ਨੇ ਦਿੱਤਾ। ਕਹਿੰਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਜੀ ਤੋਂ ਪਹਿਲਾਂ 108 ਉੱਚ ਧਾਰਮਿਕ ਗ੍ਰੰਥ ਸਨ, ਉਹਨਾਂ ਦੇ ਵਿੱਚ ਸ਼ਹੀਦ ਸ਼ਬਦ ਦਾ ਜ਼ਿਕਰ ਨਹੀਂ ਸੀ, ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸ਼ਹੀਦ ਸ਼ਬਦ ਦਾ ਜ਼ਿਕਰ 2 ਵਾਰੀ ਆਉਂਦਾ ਹੈ। ਲੇਕਿਨ ਸ਼ਹੀਦ ਸ਼ਬਦ ਦੀ ਅਸਲੀ ਪਰਿਭਾਸ਼ਾ ਤਾਂ ਸਾਨੂੰ ਗੁਰੂ ਅਰਜਨ ਦੇਵ ਜੀ ਨੇ ਦਿੱਤੀ। ਤੇ ਪੰਜਾਬੀ ਦੀ ਰਚਨਾ ਇਹ ਕਹਿੰਦੇ ਨੇ, ਦਿੱਤੀ ਜ਼ਹਿਰ ਤਕਦੀਰ ਨੇ ਹਸਨ ਤਾਈ, ਸ਼ੀਸ਼ ਸ਼ਾਹ ਹੁਸੈਨ ਦਾ ਕੱਟਦੀ ਹੈ, ਵਾਰਸ ਨਬੀ ਦਾ ਦੰਦ ਸ਼ਹੀਦ ਹੋਇਆ, ਤਕਦੀਰ ਨਾ ਕਿਸੇ ਤੋਂ ਹਟਦੀ ਹੈ। ਕਿ ਇਸਲਾਮ ਧਰਮ ਨੇ ਤਾਂ ਉਸ ਟੁੱਟੇ ਦੰਦ ਨੂੰ ਸ਼ਹੀਦ ਕਿਹਾ ਸੀ, ਪਰ ਸ਼ਹੀਦ ਲਫ਼ਜ਼ ਦਾ ਅਸਲ ਪਰਿਭਾਸ਼ਾ ਕੀ ਹੈ, ਅਸਲ ਉਸ ਦਾ ਮਾਇਨਾ ਕੀ ਹੈ? ਕਦੇ ਅਸੀਂ ਇਹ ਵਿਚਾਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਅਸੀਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਸ਼ਹੀਦਾਂ ਦੇ ਸਰਤਾਜ ਕਿਉਂ ਕਹਿੰਦੇ ਹਾਂ? ਕਿ ਉਹਨਾਂ ਤੋਂ ਪਹਿਲਾਂ ਕੋਈ ਸ਼ਹੀਦ ਨਹੀਂ ਹੋਇਆ ਹੋਏਗਾ? ਉਹਨਾਂ ਤੋਂ ਪਹਿਲਾਂ ਵੀ ਕਈ ਸ਼ਹੀਦ ਹੋਏ ਹੋਣਗੇ। ਉਹਨਾਂ ਵਿੱਚੋਂ ਮੈਂ ਇੱਕ ਦਾ ਜ਼ਿਕਰ ਆਪ ਜੀ ਨਾਲ ਕਰਨਾ ਚਾਹੁੰਦਾ, ਉਹ ਹੈ ਜੀਸਸ ਕ੍ਰਾਈਸਟ। ਕਿਹਾ ਜਾਂਦਾ ਹੈ ਕਿ ਜਦੋਂ ਜੀਸਸ ਕ੍ਰਾਈਸਟ ਨੂੰ ਵੀ ਸੂਲੀ ਤੇ ਚੜਾਉਣ ਲੱਗੇ ਤਾਂ ਜੀਸਸ ਕ੍ਰਾਈਸਟ ਨੇ ਉਸ ਰੱਬ ਅੱਗੇ ਤਰਲਾ ਕੀਤਾ ਸੀ, ਓ ਗॉड ਪਲੀਜ਼ ਟੇਕ ਦਿਸ ਕੱਪ ਆਫ ਸੋਰੋਸ ਅਵੇ ਫਰੋਮ ਮੀ, ਕਿ हे परमात्मा ਇਹ ਦੁੱਖਾਂ ਦਾ ਜਿਹੜਾ ਪਿਆਲਾ ਹੈ, ਜਿਹੜਾ ਦੁੱਖਾਂ ਦਾ ਘੜਾ ਹੈ, ਮੇਰੇ ਤੋਂ ਦੂਰ ਨਹੀਂ ਜਾ ਸਕਦਾ। ਉਹਨਾਂ ਨੇ ਵੀ ਉਸ ਪਰਮਾਤਮਾ ਅੱਗੇ ਇੱਕ ਵਾਰੀ ਤਰਲਾ ਕੀਤਾ ਸੀ। ਪਰ ਫਿਰ ਅਸੀਂ ਗੁਰੂ ਅਰਜਨ ਦੇਵ ਜੀ ਨੂੰ ਹੀ ਸ਼ਹੀਦਾਂ ਦੇ ਸਰਤਾਜ ਕਿਉਂ ਕਹਿੰਦੇ ਹਾਂ? ਕਿਉਂਕਿ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕੋਲ ਸ਼ਹਾਦਤ ਦੇਣ ਤੋਂ ਪਹਿਲਾਂ ਇੱਕ ਉਹਨਾਂ ਨੂੰ ਚੁਆਇਸ ਦਿੱਤੀ ਗਈ ਸੀ, ਇੱਕ ਉਹਨਾਂ ਨੂੰ ਦੂਜਾ ਰਾਹ ਦਿੱਤਾ ਗਿਆ ਸੀ। ਕਿਹਾ ਗਿਆ ਸੀ ਕਿ ਜੇਕਰ ਉਹ ਇਸਲਾਮ ਧਰਮ ਨੂੰ ਕਬੂਲ ਕਰ ਲੈਣ ਤਾਂ ਉਹਨਾਂ ਦੀ ਜਾਨ ਬਖਸ਼ ਦਿੱਤੀ ਜਾਵੇਗੀ। ਪਰ ਜੀਸਸ ਕ੍ਰਾਈਸਟ ਕੋਲ ਜਾਂ ਗੁਰੂ ਅਰਜਨ ਦੇਵ ਜੀ ਤੋਂ ਪਹਿਲਾਂ ਜਿੰਨੇ ਵੀ ਸ਼ਹੀਦ ਹੋਏ ਹਨ, ਉਹਨਾਂ ਨੂੰ ਕਦੇ ਵੀ ਕੋਈ ਵੀ ਚੁਆਇਸ ਨਹੀਂ ਦਿੱਤੀ ਗਈ। ਇਹ ਪਹਿਲੀ ਚੁਆਇਸ ਸੀ ਜਿਹੜੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਦਿੱਤੀ ਗਈ ਕਿ ਜੇਕਰ ਉਹ ਇਸਲਾਮ ਧਰਮ ਨੂੰ ਕਬੂਲ ਕਰ ਲੈਣ ਤਾਂ ਉਹਨਾਂ ਦੀ ਜਾਨ ਬਖਸ਼ ਦਿੱਤੀ ਜਾਵੇਗੀ। ਪਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਕਿਹਾ ਕਿ ਮੈਂ ਇਸਲਾਮ ਧਰਮ ਕਬੂਲ ਨਹੀਂ ਕਰਾਂਗਾ, ਮੈਂ ਆਪਣੇ ਧਰਮ ਤੋਂ ਅਡੋਲ ਰਹਾਂਗਾ, ਕਿ ਮੈਂ ਆਪਣੇ ਧਰਮ ਤੋਂ
ਅੜੋਲ ਰਹਾਂਗਾ ਤੇ ਉਹਨਾਂ ਨੇ ਆਪਣੇ ਧਰਮ ਦੇ ਵਿੱਚ ਹੀ ਰਹਿ ਕੇ ਇਸਲਾਮ ਧਰਮ ਨੂੰ ਨਾ ਕਬੂਲ ਕਰਦੇ ਹੋਏ ਸ਼ਹਾਦਤ ਦੇ ਦਿੱਤੀ। ਇਸੇ ਕਰਕੇ ਅਸੀਂ ਉਹਨਾਂ ਨੂੰ ਸ਼ਹੀਦਾਂ ਦੇ ਸਰਤਾਜ ਕਹਿੰਦੇ ਆ। ਇਹ ਸੀ ਉਸ ਸ਼ਹੀਦ ਸ਼ਬਦ ਦੀ ਪਰਿਭਾਸ਼ਾ ਜੋ ਸਾਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਦਿੱਤੀ। ਪਰ ਇਸ ਦਾ ਪੈਰਾਮੀਟਰ, ਇਸ ਦਾ ਮਾਪਦੰਡ ਸਾਨੂੰ ਗੁਰੂ ਤੇਗ ਬਹਾਦਰ ਜੀ ਨੇ ਦਿੱਤਾ। ਗੁਰੂ ਤੇਗ ਬਹਾਦਰ ਜੀ ਨੇ ਸਾਨੂੰ ਸ਼ਹੀਦ ਲਫ਼ਜ਼ ਦੀ ਜਾਂ ਸ਼ਹਾਦਤ ਲਫ਼ਜ਼ ਦਾ ਅਸਲੀ ਦਾਇਰਾ ਸਮਝਾਇਆ। ਕਿਹਾ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਵੇਲੇ ਇੱਕ ਕਵੀ ਹੋਇਆ ਸੀ ਸੈਨਾਪਤ, ਤੇ ਉਹ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਕਿਵੇਂ ਬਿਆਨ ਕਰਦੇ ਹਨ? ਉਹ ਲਿਖਦੇ ਹਨ, ਪ੍ਰਗਟ ਭਏ ਗੁਰੂ ਤੇਗ ਬਹਾਦਰ ਸਗਲ ਸ੍ਰਿਸ਼ਟ ਪੈ ਢਾਪੀ ਚਾਦਰ। ਪਰ ਅੱਜ ਅਸੀਂ ਉਹਨਾਂ ਨੂੰ ਹਿੰਦ ਦੀ ਚਾਦਰ ਕਹਿਣ ਲੱਗ ਪਏ ਹਾਂ। ਇਹ ਮੇਰਾ ਦੂਜਾ ਵਿਸ਼ਾ ਸੀ ਕਿ ਅਸੀਂ ਉਹਨਾਂ ਨੂੰ ਹਿੰਦ ਦੀ ਚਾਦਰ ਕਿਉਂ ਕਹਿੰਦੇ ਹਾਂ। ਪਰ ਅਸੀਂ ਉਹਨਾਂ ਦੀ ਸ਼ਹੀਦ ਲਫ਼ਜ਼ ਜਾਂ ਸ਼ਹਾਦਤ ਲਫ਼ਜ਼ ਤੋਂ ਬਗੈਰ ਅੱਜ ਕੱਲ੍ਹ ਕਿਤਾਬਾਂ ਦੇ ਵਿੱਚ ਬਲੀਦਾਨ ਸ਼ਬਦ ਵੀ ਆਉਣ ਲੱਗ ਪਿਆ ਹੈ ਤੇ ਕੁਰਬਾਨੀ ਸ਼ਬਦ ਵੀ ਆਉਣ ਲੱਗ ਪਿਆ ਹੈ। ਬਲੀਦਾਨ ਸ਼ਬਦ, ਕੁਰਬਾਨੀ ਸ਼ਬਦ ਤੇ ਸ਼ਹਾਦਤ ਸ਼ਬਦ, ਇਹਨਾਂ ਤਿੰਨਾਂ ਦੇ ਵਿੱਚ ਬਹੁਤ ਵੱਡਾ ਫਰਕ ਹੈ। ਕੁਰਬਾਨੀ ਤਾਂ ਦਿੱਤੀ ਜਾਂਦੀ ਹੈ ਜਦੋਂ ਬੰਦੇ ਕੋਲ ਕੋਈ ਚੁਆਇਸ ਨਾ ਬਚੀ ਹੋਵੇ, ਮਜਬੂਰ ਹੋ ਗਿਆ ਹੋਵੇ। ਜਿਵੇਂ ਅਸੀਂ ਆਮ ਕਹਿ ਦਿੰਦੇ ਆ ਨਾ, ਮੈਂ ਤੇਰੇ ਤੋਂ ਇਹ ਸਭ ਕੁਰਬਾਨ ਕਰ ਦਿਆਂਗਾ। ਪਰ ਕੁਰਬਾਨ ਕਦੋਂ ਕਰਦੇ ਆ? ਜਦੋਂ ਕਿਸੇ ਦੂਜੇ ਬੰਦੇ ਕੋਲ ਕੋਈ ਆਪਸ਼ਨ ਹੀ ਨਾ ਰਹਿ ਜਾਵੇ। ਕੁਰਬਾਨੀ ਸ਼ਬਦ ਜਾਂ ਕੁਰਬਾਨੀ ਦੇਣੀ ਅਸੀਂ ਤਾਂ ਹੀ ਦਿੰਦੇ ਆ ਜਦੋਂ ਸਾਡੇ ਕੋਲ ਕੋਈ ਹੋਰ ਰਾਹ ਹੀ ਨਾ ਹੋਵੇ। ਬਲੀਦਾਨ ਸ਼ਬਦ, ਹੁਣ ਜਿਵੇਂ ਬੱਕਰਿਆਂ ਦੀ ਬਲੀ ਦਿੱਤੀ ਜਾਂਦੀ ਹੈ, ਉਹਦੇ ਵਿੱਚ ਜੇਕਰ ਬੱਕਰੇ ਨੂੰ ਆਪਣੀ ਥਾਂ ਤੇ ਰੱਖ ਕੇ ਦੇਖਿਆ ਜਾਏ ਤੇ ਕੀ ਬੱਕਰਾ ਚਾਹੁੰਦਾ ਹੈ ਕਿ ਮੈਨੂੰ ਮਾਰੋ, ਜਾਂ ਅਸੀਂ ਚਾਹੁੰਦੇ ਆ ਕਿ ਆਓ ਸਾਨੂੰ ਮਾਰ ਦਿਓ? ਨਹੀਂ, ਉਹ ਬੱਕਰਾ ਵੀ ਜੀਣਾ ਚਾਹੁੰਦਾ ਹੈ, ਪਰ ਅਸੀਂ ਉਸ ਦੀ ਬਲੀ ਦੇ ਦਿੰਦੇ ਆ ਕਿਉਂਕਿ ਉਹ ਬੱਕਰਾ ਜਿਹੜਾ ਉਹ ਲਾਚਾਰ ਹੁੰਦਾ, ਮਜਬੂਰ ਹੁੰਦਾ, ਉਹ ਕੁਝ ਕਰ ਨਹੀਂ ਸਕਦਾ। ਲੇਕਿਨ ਸ਼ਹਾਦਤ ਲਫ਼ਜ਼ ਜਿਹੜਾ ਹੈ, ਜਿਸ ਦੀ ਵਰਤੋਂ ਸਾਨੂੰ ਕਰਨੀ ਚਾਹੀਦੀ ਹੈ, ਉਹ ਕਿਉਂ ਕਰਨੀ ਚਾਹੀਦੀ ਹੈ? ਕਿਉਂਕਿ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਵੇਲੇ ਤੇ ਗੁਰੂ ਤੇਗ ਬਹਾਦਰ ਜੀ ਪਾਤਸ਼ਾਹ ਜੀ ਵੇਲੇ ਉਹਨਾਂ ਨੂੰ ਚੁਆਇਸ ਦਿੱਤੀ ਗਈ ਸੀ, ਦੂਜਾ ਰਾਹ ਦਿੱਤਾ ਗਿਆ ਸੀ ਕਿ ਉਹ ਜੀਵਤ ਰਹਿ ਸਕਦੇ ਨੇ ਜੇਕਰ ਇਸਲਾਮ ਧਰਮ ਨੂੰ ਕਬੂਲ ਕਰ ਲੈਣ। ਪਰ ਉਹਨਾਂ ਨੇ ਇਸਲਾਮ ਧਰਮ ਨੂੰ ਕਬੂਲ ਨਹੀਂ ਕੀਤਾ, ਆਪਣੀ ਸ਼ਹਾਦਤ ਦੇ ਦਿੱਤੀ ਤੇ ਆਪ ਸ਼ਹਾਦਤ ਦੇਣ ਲਈ ਗਏ। ਇਸ ਲਈ ਅਸੀਂ ਉਹਨਾਂ ਲਈ ਸ਼ਹਾਦਤ ਲਫ਼ਜ਼ ਦੀ ਵਰਤੋਂ ਕਰਦੇ ਹਾਂ। ਅਸੀਂ ਕੀ ਕਹਿਣਾ ਹੈ ਕਿ ਗੁਰੂ ਤੇਗ ਬਹਾਦਰ ਜੀ ਨੇ ਆਪਣੀ ਸ਼ਹਾਦਤ ਦਿੱਤੀ, ਬਲੀਦਾਨ ਨਹੀਂ ਦਿੱਤਾ, ਉਹਨਾਂ ਦੀ ਮਰਜ਼ੀ ਨਹੀਂ ਸੀ। ਜੇ ਕਹਿ ਦਿੰਦੇ ਆ ਕਿ ਗੁਰੂ ਤੇਗ ਬਹਾਦਰ ਜੀ ਨੇ ਕੁਰਬਾਨੀ ਦਿੱਤੀ, ਕਿ ਮਤਲਬ ਉਹਨਾਂ ਕੋਲ ਦੂਜੀ ਜੀਵਤ ਰਹਿਣ ਦੀ ਆਪਸ਼ਨ ਨਹੀਂ ਸੀ? ਦਿੱਤੀ ਸੀ ਨਾ, ਕਿ ਇਸਲਾਮ ਧਰਮ ਕਬੂਲ ਕਰ ਲੈਣ। ਇਸ ਲਈ ਅਸੀਂ ਕਿਸ ਅੱਖਰ ਦਾ ਇਸਤੇਮਾਲ ਕਰਨਾ? ਉਹ ਕਰਨਾ ਹੈ ਜੀ ਸ਼ਹਾਦਤ ਲਫ਼ਜ਼ ਦਾ। ਤੇ ਸ਼ਹੀਦ ਲਫ਼ਜ਼ ਕਾਹਦੇ ਲਈ ਵਰਤਿਆ ਜਾਂਦਾ ਹੈ? ਸ਼ਹੀਦ ਤਾਂ ਕਿਹਾ ਜਾਂਦਾ ਹੈ ਜਦੋਂ ਕੋਈ ਬੰਦਾ, ਜਦੋਂ ਕੋਈ ਮਨੁੱਖ ਜੰਗੇ ਮੈਦਾਨ ਦੇ ਵਿੱਚ ਆਪਣੇ ਪ੍ਰਾਣ ਤਿਆਗ ਦੇ, ਤਾਂ ਅਸੀਂ ਉਸ ਨੂੰ ਸ਼ਹੀਦ ਕਹਿੰਦੇ ਆ। ਪਰ ਸ਼ਹਾਦਤ ਤਾਂ ਕਿਹਾ ਜਾਂਦਾ ਹੈ ਜਦੋਂ ਬੰਦਾ ਆਪ ਚੱਲ ਕੇ ਆਪਣੇ ਪ੍ਰਾਣ ਦੇਣ ਲਈ ਜਾਏ। ਇਸ ਲਈ ਅਸੀਂ ਕਿਹੜਾ ਲਫ਼ਜ਼ ਵਰਤਦੇ ਆ? ਉਹ ਹੈ ਸ਼ਹਾਦਤ। ਤੇ ਦੂਜੀ ਗੱਲ ਸੀ ਕਿ ਅਸੀਂ ਗੁਰੂ ਤੇਗ ਬਹਾਦਰ ਜੀ ਨੂੰ ਹਿੰਦ ਦੀ ਚਾਦਰ ਕਿਉਂ ਕਹਿੰਦੇ ਆ? ਉਹ ਸੈਨਾਪਤ ਕਵੀ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਵੇਲੇ ਸੀ, ਉਹ ਤਾਂ ਸ੍ਰਿਸ਼ਟੀ ਦੀ ਚਾਦਰ ਕਹਿੰਦਾ ਹੈ। ਉਹ ਕਹਿੰਦੇ ਹਨ, ਪ੍ਰਗਟ ਭਏ ਗੁਰੂ ਤੇਗ ਬਹਾਦਰ ਸਗਲ ਸ੍ਰਿਸ਼ਟ ਪੈ ਢਾਪੀ ਚਾਦਰ। ਪਹਿਲਾਂ ਅਸੀਂ ਵੀ ਕਹਿੰਦੇ ਸੀ ਗੁਰੂ ਤੇਗ ਬਹਾਦਰ ਜਗਤ ਦੀ ਚਾਦਰ, ਪਰ ਅਸੀਂ ਅਣਜਾਣ ਸੀ ਤਾਂ ਅਸੀਂ ਹੌਲੀ ਹੌਲੀ ਕਹਿ ਦਿੱਤਾ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ। ਹਿੰਦ ਤੋਂ ਭਾਵ ਹਿੰਦੁਸਤਾਨ। ਜੇ ਕੱਲ੍ਹ ਨੂੰ ਹਿੰਦੁਸਤਾਨ ਦੇ ਹੋਰ ਟੋਟੇ ਹੋ ਗਏ ਤਾਂ ਕੀ ਉਸ ਦਾ ਦਾਇਰਾ, ਉਹ ਸ਼ਹਾਦਤ ਜਿਹੜੀ ਹੈ ਕਿ ਅਸੀਂ ਛੋਟੀ ਹੋਈ ਜਾਵੇਗੀ? ਨਹੀਂ। ਪਰ ਅੱਜ ਕੱਲ੍ਹ ਸਾਡੀ ਬੇਵਕੂਫੀ ਵੀ ਇਹ ਹੋ ਚੁੱਕੀ ਹੈ ਕਿ ਅਸੀਂ ਕਹਿ ਦਿੰਦੇ ਹਾਂ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ, ਹਿੰਦ ਤੋਂ ਭਾਵ ਹਿੰਦੂ ਧਰਮ। ਆ ਸਾਡੀ ਬੇਵਕੂਫੀਆਂ। ਪਰ ਗੁਰੂ ਤੇਗ ਬਹਾਦਰ ਜਗਤ ਦੀ ਚਾਦਰ ਅਸਲ ਮਾਇਨੇ ਦੇ ਵਿੱਚ ਇਹ ਆ, ਉਹਨਾਂ ਨੇ ਸਾਨੂੰ ਦਾਇਰਾ ਸਮਝਾਇਆ, ਉਹ ਮਾਪਦੰਡ ਸਮਝਾਇਆ ਸ਼ਹੀਦ ਤੇ ਸ਼ਹਾਦਤ ਲਫ਼ਜ਼ ਦਾ। ਜੇਕਰ ਇਸ ਦੀ ਸ਼ੁਰੂਆਤ ਹੋਰ ਪਹਿਲਾਂ ਤੋਂ ਕਰੀਏ, ਜਦੋਂ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਹੁੰਦਾ ਹੈ, ਘਰ ਦੇ ਵਿੱਚ ਸਭ ਤੋਂ ਛੋਟੇ ਹਨ ਤੇ ਆਮ ਗੱਲ ਹੈ
घर के छोटे सब तो छोटे पुत्र नूं सब तो वध प्यार भी किया जाता, सब तो लाडले भी वही सन। पर जो गुरु तेग बहादुर जी 3 साल की उम्र के हो जाते हैं तां भी गुरु हरगोबिंद साहब पातशाह जी उन्होंने सब तो वध प्यार करते सन। तो एक दिन माता नानकी जी ने गुरु हरगोबिंद साहब जी की महिला ने उन्होंने सवाल किया कि तुसी त्यागमल त्यागमल इत्थे गुरु तेग बहादुर जी का पहला नाम है वह त्यागमल कि तुसी त्यागमल को सब तो वध प्यार क्यों करते हो, जबकि बाबा गुरदित्ता जी ने सारी जिम्मेवारियां सामियां हुई ने। अणी राय भी बहुत वधिया भूमिका निभा रहा है, सूरजमल भी बहुत वधिया भूमिका निभा रहा है, पर तुसी त्यागमल को ही सब तो वध प्यार क्यों करते हो। तो गुरु हरगोबिंद साहब पातशाह जी ने जवाब दिता, उत्तर दिता, कहते मैं इन्हें इस करके सब तो वध प्यार नहीं करता कि यह सब तो छोटा है या सब तो लाडला है। उस वेले उन्होंने एक वचन उच्चारण किए सन, कहते अजर जड़ और धीर तोरे अंदर, अजर जड़ और धीर तोरे अंदर। अर का मतलब है हिरदा, धीर का मतलब धीरज। कहते मैं इसलिए इन्हू सब तो वध प्यार करदा क्योंकि ये अंदर तक तोर अंदर तक धीरज वसी हुई है। इन्नी धीरज वसी है कि अजर चीज नू भी जड़ सकता है, असह चीज नू भी सह सकता है। जिस साके नू इसने सहना वो साका दुनिया ते कोई होर नहीं सह सकता। ते हरगोबिंद साहब पातशाह जी ने कहा केवल एक वजह नहीं है, दूजी वजह भी है, वो है इसके घर सुत होए बलवंड तेज प्रचंड तुरंड जमदंड कि इहदे घर एक बड़े बलवान प्रचंड प्रचंड पुत्र का जन्म होना है। इस करके मैं इन्हू सब तो वध प्यार करदा हां, इस करके मैं इन्हू सब तो वध प्यार करदा। पर जदों गुरु तेग बहादुर जी होर वड्डे हुंदे हन, 4 साल की आयु हुंदी है, तो बाबा गुरदित्ता जी ने आनंद कारज की तैयारी की जाती है, बरात तैयार हो रही होंगी है। यह आम की गल है कि जदों भी कोई फंक्शन ते जाना होवे या किते जाना होवे, घर के छोटे जवाकां नूं या छोटे पुत्रां नूं सब तो पहला तैयार कर दिता जाता है। ते बाबा गुरदित्ता जी ने आनंद कारज की बरात तैयार हो रही सी, तो गुरु तेग बहादुर साहब पातशाह जी को सब तो पहला तैयार कर दिता गया सी। बहुत सोने कपड़े पाए सन, 2 सोने के कड़े पाए सन ते गल दे विच सोने का कैंठा पाया होया सी। ते गुरु तेग बहादुर जी बरात विच खेडदे खेडदे अगे चले जाते हैं ते अगे वेखदे हैं एक बच्चा रो रहा है। तो उस बच्चे को जाते हैं ते पुछदे हैं कि तू क्यों रो रहा है। तो बच्चा जवाब दिंदा कहंदा कि तू किन्ने सोहणे सोहणे कपड़े पाए हैं, सोने के कड़े पाए हैं, पर मेरे कोल तां पाण दे लई कपड़ा ही नहीं है। तो उस वेले गुरु तेग बहादुर पातशाह जी अपने सारे कपड़े ते सारे गहने उस बच्चे नूं दे दिंदे हैं ते आप नंगे पिंडे घरे चल नूं आ जांदे हैं। जदों माता नानकी जी नूं इस खबर का पता चलता है, जदों माता नानकी जी गुरु तेग बहादुर जी नूं नंगे पिंडे वेखदे हैं तो गुरु हरगोबिंद साहब पातशाह जी नूं लामा दिंदे कहते हैं आ वेख लिया जे अपने लाडले नूं, इत्थे असीं इहनूं सब तो पहला तैयार कीता सी, बरात तैयार होने वाली है ते अपने कपड़े किसी नूं दे आए हैं। उस वेले गुरु हरगोबिंद साहब पातशाह जी मुस्कुरा पे ते उन्होंने कहा मैनू विश्वास है कि अज जेकर मेरा पुत्र किसी बेलिबासे नूं लिबास देने के लिए अपने लिबास दे आया है तो कल नूं किसी दे विश्वास के लिबास देने के लिए अपने सवास भी दे आएगा। गुरु हरगोबिंद साहब पातशाह जी की कहते हैं, कहते हैं मैनू पूरा विश्वास है जे अज मेरा पुत्र किसी दे लिबास देने के लिए अपने लिबास दे आया है तो कल नूं किसी दे विश्वास के लिबास देने विश्वास के लिबास देने के लिए अपने सवास भी दे आएगा। शायद गुरु हरगोबिंद साहब पातशाह जी नूं इह शहीदी का मार्ग 4 साल की उम्र दे विच ही नजर आ गया सी, पर अज असीं गुरु तेग बहादुर जी दी शहादत का जिहड़ा दायरा उहनूं इन्ना छोटा कर दिता है कि साडी बेवकूफियां करके असीं इहनूं हिंदू धर्म दी चादर कह दिता है, गुरु तेग बहादुर हिंद दी चादर।
पर गुरु हरगोबिंद साहब पातशाह जी ने उस 4 साल की उम्र के ही पता लग गया सी कि मेरा पुत जिहड़ा है वो कल किसी के विश्वास के लिए या किसी के लिबास के लिए अपने सवास भी दे देंगे। जो गुरु साहब जी होर बड़े होंगे ने 13 साल की आयु होती है तो उस वेले गुरु साहब का आनंद कारज माता गुजरी जी नाल कर दिता जाता है। 13 साल की आयु के विच गुरु साहब का आनंद कारज हो जाता है ते करतारपुर की धरती ते काले खां ते पैंदे खां हमला कर दिंदे हन ते गुरु साहब जी 13 साल की आयु के विच ही जंग विच लड़न जाते हैं ते नवी रियाई माता गुजरी जी माता नानकी जी के नाल खड़ के अपने 13 साल के पति नूं जंग विच जूझदियां नूं वेखिया ते माता नानकी जी ने एक संदेशा भेजिया कि मेरा पुत बहुत छोटा है, वो सवेर का लड़ता पिया है, थक गया होएगा, उन्होंने वापस भेज दिता जाए। पर जो वो संदेशा गुरु तेग बहादुर जी को पहुंचा उन्होंने जवाब दिता कहते एक सूरमा जंग दे विचों सिर्फ 2 ही हालतों दे विच आ सकता है, या जंग जित्ती जाए तो जेतू करार होके जेतू के रूप दे विच आवे या फिर अपने प्राण त्याग दे ते शहीद के रूप दे विच आवे। ये हन 9वें पातशाह गुरु तेग बहादुर जी जिन्हां ने जंग दे विच इन्ने जोहर विखाए जिस तो बाद गुरु हरगोबिंद साहब पातशाह जी उन्हां तो खुश हो गए ते उन्हां दा नाम त्याग मल तो तेग बहादुर रख दिता गया। पर जिहड़ी तस्वीर आ साडे घरां दे विच गुरु तेग बहादुर जी की लगी हुंदी है असीं समझदे हां और शांत सुभाव दे सन, त्याग दी मूरत सन, पर नहीं सानू पता होना चाहिए कि गुरु तेग बहादुर जी ने इस जंग के विच 13 साल की आयु के विच ऐसे जोहर विखाए, ऐसे तेग के जोहर विखाए जिस तो उन्हां दा नाम त्याग मल तो तेग बहादुर रख दिता गया। ते गुरु हरगोबिंद साहब पातशाह जी उन्हां तो खुश होके उन्हां दी झोली दे विच 2 होर चीज़ां पाईयां, वो सी एक रुमाल ते एक कटार। मेरे ख्याल मैनू इंज लगता है कि वह जड़ा रुमाल सी वही अगे चल के इस सृष्टि की चादर बनया ते वो तेग सी, वो जड़ी तेग सी वो तेग बनी जिन्हों गुरु गोबिंद सिंह महाराज जी ने अपने हाथ दे विच फड़ के कहा सी मैं तां इस तेग जिन्हों गुरु गोबिंद सिंह महाराज जी ने अपने हाथ दे विच फड़ के कहा सी कि तकदीर भी झुकेगी शमशीर के आगे। ते फिर उस तो बाद दा अगला इतिहास का आप सारे को ही पता है कि गुरु जी बकाले चले जाते हैं ते 8वें गुरु हरकृष्ण पातशाह जी के आखिरी शब्द होंदे हैं बाबा बकाले। ते फिर मक्खन शाह लबाणा नूं गुरु जी मिल जाते हैं तो रौला पा दिता है गुरु लादो रे। उस तो बाद कश्मीरी पंडित गुरु तेग बहादुर जी कोल अपनी फरियाद लेके आते हैं। वो की कहते कि औरंगजेब जिहड़ा है वो सारियां नूं जबरदस्ती धक्के नाल मुसलमान बनवाना चाहुंदा है ते वो अपने धर्म की रखिया दे लई गुरु तेग बहादुर जी कोल मदद लैण लई आउंदे हन। तो उस वेले गुरु गोबिंद सिंह महाराज जी की 9 साल की उम्र सी, 9 साल की आयु सी। तो गुरु गोबिंद सिंह महाराज जी ने कहा सी तिलक जंजू राखा प्रभ ताका कीनो बड़ू कलू मैं साका कि पिता जी तुहाडे तो वड्डा होर सूरमा कौन हो सकता है। इस करके गुरु तेग बहादुर जी ने उन्हां मजलूमां की रखिया लई असीं कह दिंदे आ उन्होंने पंडितां की रखिया की या हिंदू धर्म की रखिया ली नहीं, वो मजलूम सन। जेकर उन्हां दी थां कोई होर भी हुंदा तो गुरु जी उसकी भी मदद करते। तो गुरु जी ने उन्हां मजलूमां की रखिया दे लई अपनी शहादत देण लई आप चल पे ते आगरे तो उन्होंने गिरफ्तार कर दिता गया ते चांदनी चौक दिल्ली विच ले जाया गया। ते बाकी इतिहास तो आप सारिਆਂ ਨੂੰ पता है
कि जदों उन्होंने चांदनी चौक दिल्ली दे विच रखिया जाता है, उन्होंने नाल 3 सिख होर भी जाते हैं, भाई मती दास जी, भाई सती दास जी, भाई दयाला जी। उन्होंने 3 सिखा भी गुरु साहब जी दियां नज़रां दे सामने शहीद कर दिता जाता है। ते जिहड़ा काजी बहाउद्दीन हुंदा है वो गुरु जी नूं कहंदा कि तुहाडे कोल हजे भी मैं दूजा राह दे रहा, तुसी इस्लाम धर्म को कबूल कर लियो तां तुहाडी जान बख्श दी जाएगी। पर गुरु तेग बहादुर जी ने कहा नहीं, मैं इस्लाम धर्म को कबूल नहीं करांगा। जेकर मैं इस्लाम धर्म को कबूल कर लिया तो मेरे धर्म का शरीरक जिहड़ा मेरा धर्म है वो शरीरक पक्षों कमजोर हो जाएगा, पर जेकर मैं शहादत देंगा तो उन्हें शरीरक ते आत्मक बल मिलेगा। इस करके मैं शहादत देने लई तैयार हाँ। ते काजी बहाउद्दीन ते गुरु तेग बहादुर जी दे विच आखिरी जिहड़ी वार्तालाप हुई सी, शहादत होने तो पहला जिहड़ी आखिरी वार्तालाप हुई सी, उन्होंने एक कवि गुंजा सिंह इंज लिखते हैं, मैं हाँ तेग ते परख लै तेग तू भी, एक दो नहीं परख लै 100 तेगा। मैं तां जमदिया ही तेग दी शाह माणी, मेरे प्यो ने पहनिया 2 तेगा। मेरे पिता दी अंख बहादरी ते रहा परखदा तेरा प्यो तेगा। हुण देखी आउंदे भविख अंदर मेरे पुत ने माणिया ओ तेगा। ओ तेग चो जड़ी तेग निकलू, ओ तेग चो जड़ी तेग निकलू, लखा लहूगियां तेरियां खो देगा, लखा लहूगियां तेरियां खो देगा। ते इस तरह सानू गुरु तेग बहादुर जी ने शहादत लफ्ज, शहीद लफ्ज के दायरे बारे दसिया। ते अज तो असी उन्हां दी केवल शहादत लफ्ज की वरतों करनी है, बलिदान ते कुर्बानी शब्द की जिहड़ी वरतों है वो नहीं करनी। ते असी की कहना है, गुरु तेग बहादुर सृष्टि की चादर, ना कि एक छोटे जे मजहब या किसी धर्म की चादर। इहड़ियां बेनतियां प्रवान करनियां होइयां, भुल्लां चुक्कां दी खिमा दिओ आशीष। बुलाओ फतेह गढ़ वार के आखो जी वाहिगुरू जी का खालसा।